ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਦੇਸ਼ 'ਚ 53 ਲੱਖ ਤੋਂ ਪਾਰ ਪਹੁੰਚਿਆ ਕਰੋਨਾ ਮਰੀਜ਼ਾਂ ਦਾ ਆંકੜਾ। ਪਿਛਲੇ 24 ਘੰਟੇ 'ਚ 93,000 ਤੋਂ ਵੱਧ ਕੇਸ ਆਏ ਸਾਹਮਣੇ। 1247 ਲੋਕਾਂ ਦੀ ਹੋਈ ਮੌਤ। ਸੁਖਪਾਲ ਖਹਿਰਾ ਨੇ ਲੱਭਿਆ ਖੇਤੀ ਬਿੱਲਾਂ ਨਾਲ ਪੈਦਾ ਹੋਏ ਸੰਕਟ ਦਾ ਹੱਲ। ਖਹਿਰਾ ਨੇ ਸੰਵਿਧਾਨ ਮੁਤਾਬਕ ਪੰਜਾਬ ਤੇ ਹਰਿਆਣਾ ਨੂੰ ਬਿੱਲਾਂ ਤੋਂ ਛੋਟ ਦੇਣ ਦੀ ਕੀਤੀ ਮੰਗ। ਖਹਿਰਾ ਨੇ ਕਿਹਾ ਪਹਿਲਾਂ ਵੀ ਕਈ ਸੂਬਿਆਂ ਨੂੰ ਮਿਲ ਰਹੀਆਂ ਨੇ ਛੋਟਾਂ। ਕਿਸਾਨਾਂ ਨੂੰ ਮਿਲਣਾ ਸ਼ੁਰੂ ਹੋਇਆ ਕਲਾਕਾਰਾਂ ਦਾ ਸਾਥ। ਦੇਰ ਰਾਤ ਅਦਾਕਾਰ ਦੀਪ ਸਿੱਧੂ ਬਠਿੰਡਾ ਧਰਨੇ ਤੇ ਪਹੁੰਚੇ। ਖੇਤੀ ਬਿੱਲਾਂ ਦੇ ਮਸਲੇ ਤੇ ਸਨੀ ਦਿਓਲ ਦੀ ਥਾਂ ਕਿਸਾਨਾਂ ਦਾ ਸਾਥ ਦੇਣ ਦਾ ਕੀਤਾ ਐਲਾਨ। 30 ਕਿਸਾਨ ਜਥੇਬੰਦੀਆਂ ਨੇ 25 ਸਤੰਬਰ ਨੂੰ ਪੰਜਾਬ ਬੰਦ ਦਾ ਕੀਤਾ ਐਲਾਨ। ਸਨੀ ਦਿਓਲ ਨੂੰ ਖਰੀਆਂ ਸੁਣਾਉਣ ਦੇ ਨਾਲ ਮੰਗਿਆ ਅਸਤੀਫਾ। ਅਤੇ ਬਾਦਲ ਦੇ ਘਰ-ਬਾਰ ਧਰਨੇ ਤੇ ਜ਼ਹਿਰ ਖਾਣ ਵਾਲੇ ਕਿਸਾਨ ਦੀ ਹੋਈ ਮੌਤ। ਕਿਸਾਨ ਜਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰ ਲਈ 3 ਲੱਖ ਰੁਪਏ ਮੁਆਵਜ਼ੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਲਈ ਕੀਤੀ ਮੰਗ। ਤੇ ਹੁਣ ਖਬਰਾਂ ਦਾ ਵਿਸਥਾਰ। ਭਾਰਤ ਸਮੇਤ ਦੁਨੀਆ ਭਰ ਦੇ 180 ਤੋਂ ਜ਼ਿਆਦਾ ਦੇਸ਼ਾਂ 'ਚ ਕਰੋਨਾ ਵਾਇਰਸ ਦਾ ਖੌਫ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ 3.4 ਕਰੋੜ ਤੋਂ ਜ਼ਿਆਦਾ ਲੋਕ ਇਸ ਲਾਗ ਦੀ ਚਪੇਟ 'ਚ ਆ ਚੁੱਕੇ ਨੇ। ਇਹ ਵਾਇਰਸ 9.51 ਲੱਖ ਤੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਖਤਮ ਕਰ ਚੁੱਕਾ ਹੈ। ਭਾਰਤ 'ਚ ਹਰ ਰੋਜ਼ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ। ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ 'ਚ ਕਰੋਨਾ ਪੀੜਤਾਂ ਦੀ ਗਿਣਤੀ 53,08,014 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ ਕਰੋਨਾ ਦੇ 93,337 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ ਦੇਸ਼ 'ਚ 1247 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਬੀਤੇ 24 ਘੰਟਿਆਂ 'ਚ 95,880 ਲੋਕਾਂ ਨੇ ਕਰੋਨਾ ਨੂੰ ਮਾਤ ਦਿੱਤੀ। ਇਹ ਇੱਕ ਦਿਨ ਦੇ ਵਿੱਚ ਠੀਕ ਹੋਣ ਵਾਲਿਆਂ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਰਿਕਵਰੀ ਰੇਟ ਦੀ ਗੱਲ ਕੀਤੀ ਜਾਵੇ ਤਾਂ 79.28% ਤੇ ਰਿਕਵਰੀ ਰੇਟ ਪਹੁੰਚ ਗਿਆ ਹੈ। 18 ਸਤੰਬਰ ਨੂੰ ਦੇਸ਼ ਵਿੱਚ 8,81,911 ਕਰੋਨਾ ਸੈਂਪਲ ਟੈਸਟ ਕੀਤੇ ਗਏ। ਹੁਣ ਤੱਕ ਕੁੱਲ 6,24,54,254 ਸੈਂਪਲ ਟੈਸਟ ਕੀਤੇ ਜਾ ਚੁੱਕੇ ਨੇ। ਰਿਕਵਰੀ ਦੇ ਮਾਮਲੇ 'ਚ ਭਾਰਤ ਦੁਨੀਆ ਭਰ ਦੇ ਦੇਸ਼ਾਂ 'ਚ ਹੁਣ ਪਹਿਲੇ ਸਥਾਨ ਤੇ ਪਹੁੰਚ ਗਿਆ ਹੈ। ਜੇਕਰ ਪਹਿਲਾਂ ਜੰਮੂ ਕਸ਼ਮੀਰ ਤੇ ਹੁਣ ਮਹਾਰਾਸ਼ਟਰ, ਗੁਜਰਾਤ ਆਦਿ ਵਰਗੇ ਭਾਰਤ ਦੇ 11 ਸੂਬਿਆਂ ਨੂੰ ਆਰਟੀਕਲ 370, 371A ਤੇ 370J ਅਧੀਨ ਵਿਸ਼ੇਸ਼ ਦਰਜਾ ਤੇ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ, ਤਾਂ ਪੰਜਾਬ ਤੇ ਹਰਿਆਣਾ 'ਚ ਵੀ ਨਵੇਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲਾਗੂ ਨਾ ਕੀਤਾ ਜਾਵੇ। ਇਹਨਾਂ ਕਾਨੂੰਨਾਂ ਨੂੰ ਪੰਜਾਬੀ ਸਵੀਕਾਰ ਨਹੀਂ ਕਰਦੇ ਤੇ ਪੰਜਾਬ ਵਿਧਾਨ ਸਭਾ ਨੇ ਇਹਨਾਂ ਖਿਲਾਫ ਮਤਾ ਵੀ ਪਾਸ ਕੀਤਾ ਹੋਇਆ ਹੈ। ਇਹ ਕਹਿਣਾ ਹੈ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਦਾ, ਜੋ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਖੇਤੀ ਆਰਡੀਨੈਂਸਾਂ ਕਾਰਨ ਪੈਦਾ ਹੋਏ ਸੰਕਟ ਦਾ ਸੌਖਾ ਜਿਹਾ ਹੱਲ ਲੱਭਿਆ। ਉਹਨਾਂ ਮੁਤਾਬਕ ਮੋਦੀ ਸਰਕਾਰ ਜੇਕਰ ਚਾਹੇ ਤਾਂ ਪੰਜਾਬ ਤੇ ਹਰਿਆਣਾ 'ਚ ਇਹ ਖੇਤੀ ਬਿੱਲ ਲਾਗੂ ਹੋਣ ਤੋਂ ਰੋਕ ਸਕਦੀ ਹੈ ਤੇ ਇਸ ਦੀ ਇਜਾਜ਼ਤ ਸਾਡਾ ਸੰਵਿਧਾਨ ਵੀ ਦਿੰਦਾ ਹੈ। ਸੁਖਪਾਲ ਖਹਿਰਾ ਨੇ ਸੰਵਿਧਾਨ ਦੀਆਂ ਕੁਝ ਧਾਰਾਵਾਂ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਹਨਾਂ ਰਾਹੀਂ ਪੰਜਾਬ ਤੇ ਹਰਿਆਣਾ ਨੂੰ ਬਿੱਲ ਤੋਂ ਛੋਟ ਦੇ ਸਕਦੀ ਹੈ। ਉਹਨਾਂ ਮੁਤਾਬਕ ਇਸ ਤੋਂ ਪਹਿਲਾਂ ਵੀ ਜੰਮੂ ਕਸ਼ਮੀਰ ਸਮੇਤ ਦੇਸ਼ ਦੇ ਕੁਝ ਹੋਰ ਰਾਜਾਂ ਵਿੱਚ ਇਸ ਤਰ੍ਹਾਂ ਦੀਆਂ ਛੋਟਾਂ ਮਿਲਦੀਆਂ ਰਹੀਆਂ ਨੇ ਅਤੇ ਇਸ ਦੇ ਲਈ ਸਰਕਾਰ ਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਵੀ ਨਹੀਂ ਹੈ। ਬਹੁਤ ਸਿੰਪਲ ਜਿਹਾ ਸੋਲੂਸ਼ਨ ਹੈ ਔਰ ਮੋਦੀ ਸਾਹਿਬ ਨੂੰ ਤੇ ਬੀਜੇਪੀ ਨੂੰ ਇਹ ਮੇਰੀ ਬਹੁਤ ਨਿਮਰਤਾ ਨਾਲ ਬੇਨਤੀ ਹੈ ਔਰ ਸਾਰੇ ਲੋਕਾਂ ਦੇ ਜਜ਼ਬਾਤਾਂ ਨੂੰ ਮੱਦੇਨਜ਼ਰ ਰੱਖ ਕੇ ਉਹ ਪੰਜਾਬ ਅਤੇ ਹਰਿਆਣਾ ਨੂੰ ਇਹਨਾਂ ਨਵੇਂ ਬਣਾਏ ਕਾਨੂੰਨਾਂ ਦੇ ਵਿੱਚੋਂ ਛੂਟ ਦੇ ਦੇਣ। ਕੁਝ ਵੀ ਕਰਨ ਦੀ ਲੋੜ ਨਹੀਂ, ਸਿਰਫ ਕਲਮ ਦੇ ਨਾਲ ਹੀ ਹੋ ਜਾਣਾ। ਨਾ ਕਿਸੇ ਨੇ ਝਗੜਾ ਕਰਨਾ, ਨਾ ਕੋਈ ਮੁਕੱਦਮੇ ਦਰਜ ਕਰਨੇ, ਨਾ ਕੋਈ ਮਾਰ ਧਾੜ ਕਰਨ ਦੀ ਲੋੜ ਪੈਣੀ, ਕਿਉਂਕਿ ਅਗਰ ਆਪਾਂ ਨਹੀਂ ਕੀਤਾ ਤਾਂ ਮੈਨੂੰ ਲੱਗਦਾ ਵਾ ਕਿ ਇਹ ਐਜੀਟੇਸ਼ਨ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗੀ ਔਰ ਇਹਦਾ ਜਿਹੜਾ ਹੈਗਾ ਹਰ ਘਰ ਤੱਕ ਅਸਰ ਪਵੇਗਾ। ਇਸ ਲਈ ਮੈਂ ਸਮਝਦਾ ਕਿ ਬਹੁਤ ਇੱਕ ਵਾਜਬ ਪਾਏਦਾਰ ਇਸ ਗੱਲ ਦਾ ਸੋਲੂਸ਼ਨ ਹੈ ਕਿ ਪਾਰਲੀਮੈਂਟ ਇੱਕ ਅਮੈਂਡਮੈਂਟ ਕਰਕੇ ਇਹਨਾਂ ਲਾਜ਼ ਦੇ ਵਿੱਚ ਇੱਕ ਸਿੰਪਲ ਪ੍ਰੋਵੀਜ਼ਨ ਪਾ ਦੇਣ ਕਿ ਇਹ ਜਿਹੜੇ ਨਵੇਂ ਕਾਨੂੰਨ ਬਣਾਏ ਗਏ ਨੇ ਜਿਨ੍ਹਾਂ ਨੂੰ ਅਸੀਂ ਸਾਰੇ ਕਿਸਾਨ ਵਿਰੋਧੀ ਮੰਨਦੇ ਹਾਂ ਔਰ ਅਸੀਂ ਇਹਨਾਂ ਕਾਨੂੰਨਾਂ ਨੂੰ ਨਹੀਂ ਚਾਹੁੰਦੇ ਔਰ ਸਾਡੀ ਵਿਧਾਨ ਸਭਾ ਵੀ ਮਤਾ ਪਾਸ ਕਰ ਚੁੱਕੀ ਆ, ਇਹਨਾਂ ਕਾਨੂੰਨਾਂ ਨੂੰ ਸਾਡੇ ਤੇ ਥੋਪਿਆ ਨਾ ਜਾਵੇ ਤੇ ਪੰਜਾਬ ਅਤੇ ਹਰਿਆਣਾ ਨੂੰ ਇਸ ਤੋਂ ਬਾਹਰ ਰੱਖ ਦਿੱਤਾ, ਐਗਜ਼ੈਂਪਟ ਕਰ ਦਿੱਤਾ ਜਾਵੇ, ਐਕਸਕਲੂਡ ਕੀਤਾ ਜਾਵੇ ਔਰ ਜਿੱਦਾਂ ਬਾਕੀ 11 ਸਟੇਟਸ ਨੂੰ ਤੁਸੀਂ ਸਪੈਸ਼ਲ ਅਧਿਕਾਰ ਤੇ ਸਪੈਸ਼ਲ ਪ੍ਰੋਵੀਜ਼ਨਸ ਤੇ ਸਪੈਸ਼ਲ ਛੋਟਾਂ ਤੇ ਰਹਿਤਾਂ ਦਿੱਤੀਆਂ, ਪੰਜਾਬ ਨੂੰ ਇਸ ਕਾਲੇ ਕਾਨੂੰਨ ਤੋਂ ਬਾਹਰ ਕੀਤਾ ਜਾਵੇ। ਸੁਖਪਾਲ ਖਹਿਰਾ ਮੁਤਾਬਕ ਪੰਜਾਬ ਵਿਧਾਨ ਸਭਾ ਵੀ ਬਿੱਲ ਪਾਸ ਕਰਕੇ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰ ਚੁੱਕੀ ਹੈ। ਵਿਧਾਨ ਸਭਾ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ।
ਉਨ੍ਹਾਂ ਕਿਹਾ ਕਿ ਜਦ ਪੰਜਾਬ ਤੇ ਹਰਿਆਣਾ ਦੇ ਲੋਕ ਇਹ ਬਿੱਲ ਨਹੀਂ ਚਾਹੁੰਦੇ ਤਾਂ ਇਹਨਾਂ ਨੂੰ ਜ਼ਬਰਦਸਤੀ ਲਾਗੂ ਨਹੀਂ ਕਰਨਾ ਚਾਹੀਦਾ, ਕਿਉਂਕਿ ਕਾਨੂੰਨ ਜਨਤਾ ਦੀ ਹਿਫਾਜ਼ਤ ਲਈ ਬਣਾਏ ਜਾਂਦੇ ਨੇ ਅਤੇ ਜੇਕਰ ਜਨਤਾ ਹੀ ਇਹਨਾਂ ਕਾਨੂੰਨਾਂ ਨੂੰ ਗਲਤ ਦੱਸ ਰਹੀ ਹੈ ਤਾਂ ਇਹ ਲਾਗੂ ਨਹੀਂ ਹੋਣੇ ਚਾਹੀਦੇ। ਅਸੀਂ ਸਿਰਫ ਕੀ ਮੰਗਦੇ ਹਾਂ, ਅਸੀਂ ਕਹਿੰਦੇ ਕਿ ਇਹ ਜਿਹੜਾ ਕਾਨੂੰਨ ਹੈ ਤੁਸੀਂ ਸਾਰੇ ਦੇਸ਼ ਵਾਸਤੇ ਕਹਿੰਦੇ ਕਿ ਕਿਸਾਨਾਂ ਲਈ ਬਹੁਤ ਚੰਗਾ, ਜ਼ਰੂਰ ਲਾਗੂ ਕਰੋ, ਲੇਕਿਨ ਪੰਜਾਬ ਅਤੇ ਹਰਿਆਣਾ ਨੂੰ ਛੱਡ ਦਿਓ। ਵੈਸੇ ਤਾਂ ਅਸੀਂ ਤਾਂ ਪੰਜਾਬ ਦੀ ਵਕਾਲਤ ਕਰ ਰਹੇ, ਪਰ ਕਿਉਂਕਿ ਹਰਿਆਣਾ ਵੀ ਬਿਲਕੁਲ ਸਾਡੇ ਨਾਲ ਹੀ ਲੱਗਿਆ ਹੋਇਆ ਤੇ ਹਰਿਆਣੇ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਕਿਸਾਨ ਜਿਹੜੇ ਹਤਾਸ਼ ਤੇ ਪਰੇਸ਼ਾਨ ਨੇ ਤੇ ਧਰਨੇ ਲਾਏ ਨੇ, ਤਾਂ ਮੈਂ ਉਹਨਾਂ ਦੀ ਵੀ ਗੱਲ ਕਰ ਰਿਹਾ ਹਾਂ ਕਿ ਇਸ ਕਾਨੂੰਨ ਨੂੰ ਅਗਰ ਪਾਰਲੀਮੈਂਟ ਚਾਹੇ, ਇੱਕ ਸਿਰਫ ਛੋਟੀ ਜੀ ਕੀ ਕਹਿੰਦੇ ਆ ਕਿ ਉਹਦੇ ਚ ਪੇਸ਼ਕਸ਼ ਕਰਕੇ ਪ੍ਰਵਾਨਗੀ ਲੈਣੀ ਹੈ ਸਿਰਫ ਪਾਰਲੀਮੈਂਟ ਦੇ ਕੋਲੋਂ ਕਿ ਇਹ ਜਿਹੜਾ ਅਸੀਂ ਖੇਤੀ ਨਾਲ ਕਨੈਕਟਡ ਕਾਨੂੰਨ 3 ਆਰਡੀਨੈਂਸਸ ਨੂੰ ਕਾਨੂੰਨ ਬਣਾਇਆ ਵਾ, ਉਹ ਅਸੀਂ ਸਾਰੇ ਦੇਸ਼ ਵਿੱਚ ਲਾਗੂ ਕਰਾਂਗੇ, ਲੇਕਿਨ ਪੰਜਾਬ ਅਤੇ ਹਰਿਆਣਾ ਵਿੱਚ ਲਾਗੂ ਨਹੀਂ ਕੀਤੇ ਜਾਣਗੇ। ਵੈਸੇ ਵੀ ਸਰਕਾਰ ਮੋਦੀ ਸਾਹਿਬ ਕਹਿ ਰਹੇ ਨੇ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਉਹ ਪੰਜਾਬ ਦੇ ਵਿੱਚ ਜਾਂ ਹਰਿਆਣੇ ਵਿੱਚ ਖਤਮ ਨਹੀਂ ਕੀਤੀ ਜਾਊਗੀ। ਅਗਰ ਤੁਸੀਂ ਇਹ ਯਕੀਨ ਦਿਵਾ ਹੀ ਰਹੇ ਹੋ ਤਾਂ ਫਿਰ ਇੱਕ ਵਾਰ ਅੱਛੀ ਤਰ੍ਹਾਂ ਯਕੀਨ ਦਿਵਾ ਦਿਓ ਕਿ ਇਹ ਜਿਹੜੇ ਕਾਨੂੰਨ ਬਣਾਏ ਨੇ ਉਹ ਪੰਜਾਬ ਤੇ ਹਰਿਆਣਾ 'ਚ ਅਸੀਂ ਲਾਗੂ ਨਹੀਂ ਕਰਾਂਗੇ, ਕਿਉਂਕਿ ਪੰਜਾਬ ਤੇ ਹਰਿਆਣਾ ਦੇ ਲੋਕ ਇਹਨੂੰ ਪ੍ਰਵਾਨ ਨਹੀਂ ਕਰ ਰਹੇ। ਸੁਖਪਾਲ ਖਹਿਰਾ ਮੁਤਾਬਕ ਮੋਦੀ ਸਰਕਾਰ ਤੇ ਭਾਜਪਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਸਮਝਣ 'ਚ ਨਾਕਾਮ ਰਹੇ ਨੇ। ਇਹੀ ਗਲਤੀ ਅਕਾਲੀ ਦਲ ਨੇ ਵੀ ਕੀਤੀ ਸੀ, ਪਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਉਸ ਨੂੰ ਆਪਣਾ ਫੈਸਲਾ ਬਦਲਣਾ ਪਿਆ। ਖਹਿਰਾ ਨੇ ਖਦਸ਼ਾ ਜਤਾਇਆ ਕਿ ਜੇਕਰ ਜਬਰਨ ਇਹ ਬਿੱਲ ਲਾਗੂ ਕੀਤੇ ਗਏ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਹਾਲਾਤ ਖਤਰਨਾਕ ਬਣ ਸਕਦੇ ਨੇ। ਬਿਊਰੋ ਰਿਪੋਰਟ, ਟੀਵੀ ਪੰਜਾਬ। ਖੇਤੀ ਬਿੱਲਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੁਣ ਕਲਾਕਾਰਾਂ ਦਾ ਸਾਥ ਵੀ ਮਿਲਣਾ ਸ਼ੁਰੂ ਹੋ ਗਿਆ ਹੈ। ਦੇਰ ਰਾਤ ਅਦਾਕਾਰ ਦੀਪ ਸਿੱਧੂ ਬਠਿੰਡਾ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਤੇ ਪਹੁੰਚੇ ਤੇ ਉਹਨਾਂ ਇਸ ਸੰਘਰਸ਼ ਦਾ ਸਮਰਥਨ ਕਰਦਿਆਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਸੁਨੇਹਾ ਦਿੱਤਾ। ਉਹਨਾਂ ਮੁਤਾਬਕ ਏਕਤਾ ਨਾਲ ਹੀ ਅਸੀਂ ਸਰਕਾਰਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ, ਜੋ ਹੰਕਾਰ 'ਚ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ, 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 ਚੋਰਾਂ ਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੰਜਾਬ 'ਚ ਖੇਤੀ ਬਿੱਲਾਂ ਖਿਲਾਫ ਕਿਸਾਨ ਵੱਖ-ਵੱਖ ਥਾਈਂ ਰੋਸ ਪ੍ਰਦਰਸ਼ਨ ਕਰ ਰਹੇ ਨੇ। ਇਸ ਤਹਿਤ ਬਠਿੰਡਾ 'ਚ ਕਿਸਾਨਾਂ ਦੇ ਧਰਨੇ 'ਚ ਦੇਰ ਰਾਤ ਪੰਜਾਬੀ ਇੰਡਸਟਰੀ ਦੇ ਅਦਾਕਾਰ ਦੀਪ ਸਿੱਧੂ ਪਹੁੰਚੇ, ਜਿੱਥੇ ਉਹਨਾਂ ਨੇ ਖੇਤੀ ਬਿੱਲ ਦਾ ਵਿਰੋਧ ਕਰਦੇ ਹੋਏ ਅਕਾਲੀ ਦਲ ਤੇ ਤਨਚ ਕੱਸਿਆ। ਉਹਨਾਂ ਕਿਹਾ ਕਿ ਜਿਹੜੇ ਸਿਆਸੀ ਲੋਕ ਹੁੰਦੇ ਨੇ ਉਹਨਾਂ ਨੇ ਹਮੇਸ਼ਾ ਰਾਜਨੀਤੀ ਕਰਨੀ ਹੁੰਦੀ ਹੈ, ਧਰਮ ਦੀ ਰਾਜਨੀਤੀ ਕਰਨੀ ਹੈ ਤੇ ਉਹਨਾਂ ਕਿਸਾਨਾਂ ਉੱਤੇ ਵੀ ਰਾਜਨੀਤੀ ਹੀ ਕਰਨੀ ਹੈ। ਦੀਪ ਸਿੱਧੂ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਸਿਰਫ ਵੋਟਾਂ ਚਾਹੀਦੀਆਂ ਨੇ। ਹੁਣ ਹਰਸਿਮਰਤ ਕੌਰ ਬਾਦਲ ਨੂੰ ਵੀ ਇਹ ਦਿਖਦਾ ਹੈ ਕਿ 2022 ਦੀਆਂ ਚੋਣਾਂ ਆਉਣ ਵਾਲੀਆਂ ਨੇ ਤੇ ਇਹੀ ਸਹੀ ਮੌਕਾ ਹੈ। ਰਾਜਨੀਤਿਕ ਲੋਕ ਹੈ ਨਾ ਜਿਹੜੇ, ਉਹਨਾਂ ਨੇ ਧਰਮ ਦਾ ਵੀ ਰਾਜਨੀਤਿਕਕਰਨ ਕਰਨਾ, ਉਹਨਾਂ ਨੇ ਕਿਸਾਨੀ ਦਾ ਵੀ ਰਾਜਨੀਤਿਕਕਰਨ ਕਰਨਾ, ਉਹਨਾਂ ਨੂੰ ਤਾਂ ਸਿਰਾਂ ਦੀ ਗਿਣਤੀ ਚਾਹੀਦੀ ਆ, ਹਨਾ, ਉਹਨਾਂ ਨੂੰ ਤਾਂ ਜਮਹੂਰੀਅਤ ਚਾਹੀਦੀ ਆ, ਉਹਨਾਂ ਨੂੰ ਤਾਂ ਵੋਟਾਂ ਚਾਹੀਦੀਆਂ। ਇਹਦੇ ਉੱਤੇ ਉਹਨਾਂ ਕੋਲੇ ਕੋਈ ਮੰਤਵ ਨਹੀਂ ਹੈ। ਹੁਣ ਇਹ ਦੇਖਦਾ ਹਰਸਿਮਰਤ ਕੌਰ ਬਾਦਲ ਜੀ ਨੂੰ ਵੀ 2022 ਆਉਣ ਵਾਲੀ ਆ, ਤੇ ਜੇ ਪੰਜਾਬ ਦੇ ਕਿਸਾਨ ਥਿੜਕ ਗਏ ਮੁੜ ਕੇ ਪੁੱਛਣਾ ਕਿਹਨੇ ਆ? ਇੱਥੇ ਪਹਿਲਾਂ ਹੀ ਬਥੇਰੇ ਜਿਹੜੇ ਉਹਨਾਂ ਦੇ ਨਾਲ ਮਸਲੇ ਜੁੜੇ ਹੋਏ ਆ ਤੇ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਹੁਣ ਸਪਸ਼ਟ ਰੂਪ 'ਚ ਦੇਖਣ ਲੱਗ ਗਏ। ਸਨੀ ਦਿਓਲ ਵੱਲੋਂ ਖੇਤੀ ਬਿੱਲਾਂ ਦਾ ਸਮਰਥਨ ਕਰਨ ਤੇ ਦੀਪ ਨੇ ਕਿਹਾ ਕਿ ਉਹਨਾਂ ਨੇ ਸਨੀ ਦਾ ਟਵੀਟ ਪੜ੍ਹਿਆ, ਉਹ ਉਸ ਦਾ ਵਿਰੋਧ ਕਰਦੇ ਨੇ। ਉਹਨਾਂ ਕਿਹਾ ਕਿ ਪਿਆਰ ਆਪਣੀ ਥਾਂ ਹੈ, ਪਰ ਪੰਜਾਬ ਦੇ ਲੋਕਾਂ ਲਈ ਜ਼ਿੰਮੇਵਾਰੀ ਨਿਭਾਉਣਾ ਵੀ ਇੱਕ ਵੱਖਰੀ ਗੱਲ ਹੈ। ਉਹਨਾਂ ਕਿਹਾ ਕਿ ਉਹ ਖੇਤੀ ਆਰਡੀਨੈਂਸਾਂ ਦੇ ਖਿਲਾਫ ਡਟ ਕੇ ਖੜੇ ਨੇ ਅਤੇ ਇਸ ਮੁੱਦੇ ਤੇ ਆਪਣੇ ਕਿਸਾਨ ਭਰਾਵਾਂ ਦਾ ਹਰ ਕਦਮ ਤੇ ਸਾਥ ਦੇਣਗੇ। ਵਿਰੋਧ ਕਰ ਰਹੇ ਹਾਂ ਜੀ, ਸ਼ਰੇਆਮ ਕਰ ਰਹੇ ਹਾਂ। ਉਹਨਾਂ ਨੇ ਮੇਰੇ ਖਿਆਲ 'ਚ ਮੈਂ ਸੁਣਿਆ, ਹਜੇ ਦੇਖਿਆ ਨਹੀਂ, ਵੀ ਟਵੀਟ ਕੀਤਾ ਆਰਡੀਨੈਂਸ ਦੇ ਹੱਕ 'ਚ। ਮੈਂ ਵਿਰੋਧ ਕਰਦਾ ਇਸ ਗੱਲ ਦਾ, ਸ਼ਰੇਆਮ ਕਰ ਰਿਹਾ। ਪਿਆਰ ਇੱਕ ਆਪਦੀ ਜਗ੍ਹਾ, ਆਪਦੀ ਧਰਤੀ ਤੇ ਲੋਕਾਂ ਲਈ ਜਿਹੜੀ ਆਪਦੀ ਜ਼ਿੰਮੇਵਾਰੀ ਨਿਭਾਉਣੀ ਆ, ਆਪਦੇ ਆਪ ਨੂੰ ਸਮਰਪਿਤ ਕਰਨਾ, ਉਹ ਇੱਕ ਵੱਖਰੀ ਗੱਲ ਆ। ਸਿਧਾਂਤਕ ਵਖਰੇਵੇਂ ਹੋ ਸਕਦੇ ਆ, ਪਿਆਰ ਇੱਕ ਆਪਦੀ ਜਗ੍ਹਾ। ਹੁਣ ਪਿਆਰ ਨੂੰ ਕਿੱਥੇ ਲੈ ਕੇ ਫਿਰਾਂਗੇ? ਪਿਆਰ ਨੂੰ ਜਿੱਥੋਂ ਮੈਂ ਜੰਮਿਆ ਪਲਿਆ, ਉਹ ਤੋਂ ਵੱਡਾ ਪਿਆਰ ਕੀ ਹੋ ਸਕਦਾ? ਉਹਨਾਂ ਕਿਹਾ ਕਿ ਇਹੋ ਜਿਹੀਆਂ ਕਲਾਕਾਰੀਆਂ ਦਾ ਕੀ ਫਾਇਦਾ ਜੇਕਰ ਅਸੀਂ ਆਪਣੇ ਲੋਕਾਂ ਨਾਲ ਹੀ ਖੜੇ ਨਾ ਹੋ ਸਕੇ। ਉਹਨਾਂ ਕਿਹਾ ਕਿ ਫਿਲਮਾਂ ਤਾਂ ਅਸੀਂ 10 ਹੋਰ ਬਣਾ ਲਵਾਂਗੇ, ਪਰ ਸਭ ਤੋਂ ਪਹਿਲਾਂ ਮੈਂ ਇੱਕ ਕਿਸਾਨ ਆ, ਕਲਾਕਾਰ ਬਾਅਦ ਵਿੱਚ। ਦੇਖੋ ਗੱਲ ਆਏ ਆ, ਪਹਿਲਾਂ ਅਸੀਂ ਜਿਹੜੀ ਮਿੱਟੀ ਨਾਲ ਮੈਂ ਜੁੜਿਆ ਹੋਇਆ, ਮੈਂ ਕਿਸੇ ਪਿੰਡ ਤੋਂ, ਮੇਰਾ ਪਿੰਡ ਹੈ ਜੀ ਮੁਕਤਸਰ ਦੇ ਨਾਲ ਉਹਦੇ ਕਾਰਨ,
ਤਾਂ ਖੇਤੀਬਾੜੀ ਪਰਿਵਾਰ ਚੋਂ ਪੈਦਾ ਹੋਇਆ ਨਾ। ਤਾਂ ਪਹਿਲਾਂ ਤਾਂ ਮੈਂ ਕਿਸਾਨ ਆਪ ਆਇਆ, ਉਸ ਕਿਸਾਨੀ ਵਾਲੇ ਪਰਿਵਾਰ ਚੋਂ ਪੈਦਾ ਹੋਇਆ, ਫਿਰ ਇੱਕ ਨਾਗਰਿਕ ਵੀ ਹਾਂ, ਫਿਰ ਆਪਦੀ ਧਰਤੀ ਦਾ, ਆਪਦੇ ਲੋਕਾਂ ਦਾ ਦੁੱਖ ਨਹੀਂ ਰੱਖਾਂਗੇ। ਕਲਾਕਾਰੀ ਨੂੰ ਅਸੀਂ ਚੱਟਣਾ ਕੀ ਕਰਾਂਗੇ, 10 ਫਿਲਮਾਂ ਹੋਰ ਬਣਾ ਲੂੰਗਾ, ਕੀ ਕਰ ਲਾਂਗੇ, ਹਿੰਦੀ ਫਿਲਮਾਂ ਬਣਾ ਲੂੰਗਾ, ਅੰਗਰੇਜ਼ੀ ਫਿਲਮਾਂ ਵੀ ਬਣਾ ਲੂੰਗਾ, ਵੀ ਬਣਾ ਲਾਂਗੇ, ਕੀ ਕਰਾਂਗੇ ਅਸੀਂ ਜੇ ਆਪਦੇ ਲੋਕਾਂ ਲਈ ਨਹੀਂ ਖੜੇ ਹੋਏ, ਫਿਰ ਕੀ ਕਰਾਂਗੇ ਕਲਾਕਾਰੀ। ਦੀਪ ਸਿੱਧੂ ਮੁਤਾਬਕ ਸਰਕਾਰਾਂ ਨੇ ਹਮੇਸ਼ਾ ਪੰਜਾਬੀਆਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਔਖੀ ਘੜੀ 'ਚ ਪੰਜਾਬ ਦੇ ਹਰ ਵਰਗ ਨੂੰ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋਣਾ ਪਵੇਗਾ। ਏਕਤਾ ਨਾਲ ਹੀ ਅਸੀਂ ਪੰਜਾਬ ਦੀ ਕਿਸਾਨੀ ਨੂੰ ਬਚਾ ਸਕਾਂਗੇ। ਬਿਊਰੋ ਰਿਪੋਰਟ, ਟੀਵੀ ਪੰਜਾਬ। ਖੇਤੀ ਆਰਡੀਨੈਂਸਾਂ ਖਿਲਾਫ ਗੁੱਸੇ 'ਚ ਭਰੇ ਕਿਸਾਨਾਂ ਨੇ ਹਰਸਿਮਰਤ ਬਾਦਲ ਤੋਂ ਬਾਅਦ ਹੁਣ ਸਨੀ ਦਿਓਲ ਦਾ ਅਸਤੀਫਾ ਮੰਗਿਆ ਹੈ। ਸਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਸਾਂਸਦ ਨੇ ਤੇ ਖੇਤੀ ਬਿੱਲਾਂ ਦਾ ਸਮਰਥਨ ਕਰ ਰਹੇ ਨੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਨੀ ਦਿਓਲ 'ਚ ਜ਼ਰਾ ਜਿੰਨੀ ਵੀ ਜ਼ਮੀਰ ਬਾਕੀ ਹੈ ਤਾਂ ਉਹ ਅਸਤੀਫਾ ਦੇਣ ਤੇ ਪੰਜਾਬ ਦੇ ਗਰੀਬ ਕਿਸਾਨਾਂ ਦਾ ਸਾਥ ਦੇਣ। ਪੰਜਾਬ 'ਚ ਖੇਤੀ ਬਿੱਲਾਂ ਖਿਲਾਫ ਕਿਸਾਨ ਵੱਖ-ਵੱਖ ਥਾਈਂ ਰੋਸ ਪ੍ਰਦਰਸ਼ਨ ਕਰ ਰਹੇ ਨੇ। ਇਸੇ ਤਰ੍ਹਾਂ ਪਿੰਡਾਂ 'ਚ ਮੀਟਿੰਗਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਇਨ੍ਹਾਂ ਮੀਟਿੰਗਾਂ 'ਚ ਕਿਸਾਨਾਂ ਵੱਲੋਂ ਅਗਲੇ ਸੰਘਰਸ਼ ਅਤੇ ਰੇਲ ਰੋਕੋ ਅੰਦੋਲਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਦੇ ਤਹਿਤ ਨਵਾਂ ਪਿੰਡ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ 'ਚ ਇੱਕ ਮੀਟਿੰਗ ਦਾ ਗਠਨ ਕੀਤਾ ਗਿਆ। ਇਸ ਮੌਕੇ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਨੀ ਦਿਓਲ ਨੂੰ ਲੋਕਾਂ ਨੇ ਆਪਣਾ ਨੁਮਾਇੰਦਾ ਬਣਾ ਕੇ ਸੰਸਦ ਭੇਜਿਆ ਸੀ, ਪਰ ਸਨੀ ਦਿਓਲ ਕਿਸਾਨਾਂ ਦੀ ਥਾਂ ਸਰਕਾਰ ਦਾ ਪੱਖ ਪੂਰ ਰਹੇ ਨੇ। ਉਹਨਾਂ ਕਿਹਾ ਕਿ ਜੇਕਰ ਸਨੀ ਦਿਓਲ 'ਚ ਜ਼ਰਾ ਜਿੰਨੀ ਵੀ ਜ਼ਮੀਰ ਬਾਕੀ ਹੈ ਤਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅੱਜ ਅਸੀਂ ਨਵਾਂ ਪਿੰਡ ਦੇ ਵਿੱਚ ਨਵੀਂ ਕਮੇਟੀ ਬਣਾਈ ਆ, ਬਹੁਤ ਵੱਡਾ ਇਕੱਠ ਤੁਹਾਨੂੰ ਨਜ਼ਰ ਆ ਰਿਹਾ ਵਾ, ਤੇ ਇਹਦੇ ਨਾਲ ਨਾਲ ਜਿਹੜਾ ਸਾਡਾ ਰੇਲ ਰੋਕੋ ਅੰਦੋਲਨ ਹੈ ਉਹਦੀ ਪਿੰਡਾਂ ਵਿੱਚ ਇੱਕ ਮੁਹਿੰਮ ਬਣਾ ਕੇ ਤਿਆਰੀ ਕੀਤੀ ਜਾ ਰਹੀ ਆ। ਇਹ ਤੋਂ ਅਗਾਂਹ ਜਿਹੜਾ 25 ਦਾ ਬੰਦ ਦਾ ਸੱਦਾ ਵਾ ਉਹਦੇ ਵਿੱਚ ਵੀ ਲੋਕਾਂ ਨੂੰ ਸਾਡਾ ਸਹਿਯੋਗ ਕਰਨ ਦੀ ਅਪੀਲ ਕਰ ਰਹੇ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ 24 ਤਰੀਕ ਤੋਂ ਰੇਲ ਰੋਕੋ ਸ਼ੁਰੂ ਹੋ ਰਿਹਾ, ਦੇਵੀਦਾਸਪੁਰਾ ਅੰਮ੍ਰਿਤਸਰ, ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ, ਤੇ 26 ਤਰੀਕ ਨੂੰ ਇਹ ਪੂਰੇ ਪੰਜਾਬ ਵਿੱਚ ਹੋਰ ਫੈਲੂਗਾ। ਜੋ ਘਟਨਾਕ੍ਰਮ ਸਿਆਸੀ ਵਰਤ ਰਿਹਾ ਵਾ, ਅਸੀਂ ਅੱਜ ਕਹਿਣਾ ਚਾਹਾਂਗੇ ਗੁਰਦਾਸਪੁਰ ਦੇ MP ਸਨੀ ਦਿਓਲ ਨੂੰ ਵੀ ਤੁਹਾਨੂੰ ਦੇਸ਼ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਵਾ ਤੇ ਤੁਹਾਡੇ ਕੋਲ ਪੈਸੇ ਦੀ ਵੀ ਕੋਈ ਕਮੀ ਨਹੀਂ ਗੀ, ਪਰ ਤੁਸੀਂ ਇੰਨੀ ਜ਼ਿਆਦਾ ਆਪਦੀ ਜ਼ਮੀਰ ਨੂੰ ਨਾ ਵੇਚੋ ਵੀ ਤੁਸੀਂ ਪੰਜਾਬ ਦੇ ਕਿਸਾਨਾਂ ਦੇ, ਦੇਸ਼ ਦੇ ਕਿਸਾਨਾਂ ਦੇ ਹੱਕ 'ਚ ਨਾ ਖੜੋ। ਜੇ ਮਾੜੀ ਮੋਟੀ ਜ਼ਮੀਰ ਜਾਗਦੀ ਆ ਤਾਂ ਉਹਨਾਂ ਨੂੰ ਅਸਤੀਫਾ ਦੇ ਕੇ MP ਦੀ ਸੀਟ ਛੱਡ ਜਾਣੀ ਚਾਹੀਦੀ ਆ। ਇਸ ਦੇ ਨਾਲ ਹੀ ਬਾਕੀ ਭਾਜਪਾ ਆਗੂਆਂ ਨੂੰ ਵੀ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਨੂੰ ਪੰਜਾਬ 'ਚ ਅਕਾਲੀ ਦਲ ਦੇ ਹੋਏ ਹਸ਼ਰ ਨੂੰ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਭਾਜਪਾ ਆਗੂਆਂ ਨੇ ਕਿਸਾਨਾਂ ਦਾ ਦਰਦ ਨਾ ਸਮਝਿਆ ਤਾਂ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਵੀ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਜਿਹੜੇ ਪ੍ਰਦੇਸ਼ ਭਾਜਪਾ ਦੇ ਜਿੰਨੇ ਲੀਡਰ ਬੋਲ ਰਹੇ ਨੇ TV ਚੈਨਲਾਂ ਤੇ ਕਿ ਅਸੀਂ ਕਿਸਾਨਾਂ ਨੂੰ ਸਮਝਾਉਣਾ ਵਾ, ਅਸੀਂ ਕਿਸਾਨਾਂ ਨੂੰ ਗਲਤ ਪ੍ਰਚਾਰ ਕਰਕੇ ਦੱਸਿਆ ਜਾ ਰਿਹਾ। ਅਕਾਲੀ ਦਲ ਨੇ ਤਾਂ ਸਾਨੂੰ ਸਮਝਾ ਕੇ ਵੇਖ ਲਿਆ ਪਿਛਲੇ 5 ਮਹੀਨੇ, ਠੀਕ ਹੈ, ਜੋ ਉਹਨਾਂ ਦਾ ਹਸ਼ਰ ਹੋਇਆ ਤੁਸੀਂ ਆਪ ਵੇਖ ਲਿਆ। ਇਸ ਕਰਕੇ ਮਨੋਰੰਜਨ ਕਾਲੀਆ ਜੀ, ਲੋਕਾਂ ਨੇ ਘਰੋਂ ਨਹੀਂ ਨਿਕਲ ਦੇਣਾ। ਯਾਦ ਰੱਖਿਓ, ਤੁਹਾਨੂੰ ਵੋਟ ਤਾਂ ਕੀ ਆ, ਆਪਣੇ ਆਪ ਨੂੰ ਬਚਾਉਣਾ ਮੁਸ਼ਕਲ ਹੋ ਜਾਊਗਾ। ਸੋ ਜੇ ਤੁਹਾਨੂੰ ਅੱਜ ਵੀ ਕਿਤੇ ਦਰਦ ਆ ਕਿਸਾਨੀ ਦਾ, ਦੇਸ਼ ਲੈਵਲ ਦੀ ਕਿਸਾਨੀ ਦਾ, ਤੇ ਤੁਹਾਨੂੰ ਜਾਂ ਤਾਂ ਅਸਤੀਫੇ ਦੇ ਦਿਓ ਤੇ ਜਾਂ ਮੋਦੀ ਸਰਕਾਰ ਨੂੰ ਮਜਬੂਰ ਕਰੋ ਵੀ ਇਹ ਖੇਤੀ ਦੇ ਆਰਡੀਨੈਂਸ ਵਾਪਸ ਲਏ ਜਾਣ। ਕਿਸਾਨਾਂ ਦਾ ਪੱਖ ਜਾਣੇ ਬਿਨਾਂ ਸੰਸਦ 'ਚ ਖੇਤੀ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਕਿਸਾਨ ਗੁੱਸੇ 'ਚ ਨੇ ਅਤੇ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦੀ ਤਿਆਰੀ 'ਚ ਨੇ। ਇਹੀ ਕਾਰਨ ਹੈ ਕਿ ਅਕਾਲੀ ਦਲ ਦੇ ਨਾਲ ਉਹਨਾਂ ਭਾਜਪਾ ਆਗੂਆਂ ਨੂੰ ਲਾਹਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਮੋਗਾ 'ਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੈਠਕ ਕੀਤੀ ਗਈ। ਇਸ ਬੈਠਕ 'ਚ 30 ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ। ਇਸ ਮੌਕੇ ਕਿਸਾਨਾਂ ਨੇ ਹਰਸਿਮਰਤ ਕੌਰ ਬਾਦਲ ਨੂੰ ਮਹਿਜ਼ ਡਰਾਮਾ ਦੱਸਿਆ ਤੇ ਸਨੀ ਦਿਓਲ, ਜਿਨ੍ਹਾਂ ਨੇ ਆਰਡੀਨੈਂਸ ਦੇ ਹੱਕ 'ਚ ਵੋਟਿੰਗ ਕੀਤੀ ਹੈ, ਉਹਨਾਂ ਨੂੰ ਕਿਸਾਨਾਂ ਨੇ ਖਰੀਆਂ ਸੁਣਾਈਆਂ। ਉਹਨਾਂ ਕਿਹਾ ਕਿ ਕੱਲ ਰਾਜ ਸਭਾ 'ਚ ਇਹ ਬਿੱਲ ਪੇਸ਼ ਹੋਣਾ ਹੈ, ਜਿਸ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਪੂਰੇ ਪੰਜਾਬ 'ਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਅੱਜ ਮੋਗਾ 'ਚ 30 ਕਿਸਾਨ ਜਥੇਬੰਦੀਆਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਮੀਟਿੰਗ ਕੀਤੀ।
ਜਿਸ ਵਿੱਚ ਫੈਸਲਾ ਲਿਆ ਗਿਆ ਕਿ 25 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ 'ਚ ਬੰਦ ਲਈ ਸੁਨੇਹਾ ਭੇਜਣ ਦੀ ਗੱਲ ਕੀਤੀ ਗਈ। ਵੱਖ-ਵੱਖ ਜਥੇਬੰਦੀਆਂ ਵੱਲੋਂ ਸੰਬੰਧਿਤ ਕਿਸਾਨਾਂ ਨੇ ਦੱਸਿਆ ਕਿ ਭਲਕੇ ਰਾਜ ਸਭਾ ਵਿੱਚ ਇਹ ਬਿੱਲ ਪੇਸ਼ ਹੋਣਾ ਹੈ, ਜਿਸ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਹੈ ਕਿ ਕੱਲ ਵੀ ਪੂਰੇ ਪੰਜਾਬ ਵਿੱਚ 3 ਆਰਡੀਨੈਂਸਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਤੇ ਇਸ ਦੇ ਨਾਲ ਹੀ ਸਾਰੇ ਪਿੰਡਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਵੀ ਕੀਤੇ ਜਾਣਗੇ। ਜਿਹੜੇ 3 ਆਰਡੀਨੈਂਸ ਸੈਂਟਰ ਦੀ ਸਰਕਾਰ ਵੱਲੋਂ ਕਿਸਾਨ ਤੇ ਲੋਕ ਵਿਰੋਧੀ ਪਾਰਲੀਮੈਂਟ 'ਚ ਪਾਸ ਕੀਤੇ ਗਏ ਆ ਤੇ ਰਾਜ ਸਭਾ 'ਚ ਕੱਲ੍ਹ ਨੂੰ ਪੇਸ਼ ਹੋਣੇ ਆ, ਉਹਦੇ ਖਿਲਾਫ 25 ਤਰੀਕ ਨੂੰ ਸਮੁੱਚੇ ਪੰਜਾਬ ਸੜਕੀ ਤੇ ਰੇਲ ਆਵਾਜਾਈ ਬੰਦ ਕੀਤੀ ਜਾਊਗੀ। ਸਮੁੱਚੇ ਕਸਬੇ ਸ਼ਹਿਰ ਬੰਦ ਕੀਤੇ ਜਾਣਗੇ। ਸਮੁੱਚਾ ਪੰਜਾਬ ਬੰਦ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਆ ਔਰ ਸਾਨੂੰ ਪੱਕੀ ਸੰਭਾਵਨਾ ਆ ਕਿ ਲੋਕ ਸਾਡੀ ਹਮਾਇਤ ਤੇ ਆ ਰਹੇ ਤੇ 25 ਨੂੰ ਸਮੁੱਚਾ ਪੰਜਾਬ ਬੰਦ ਹੋਵੇਗਾ। ਕੱਲ੍ਹ ਨੂੰ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਹੋਣੇ ਆ ਇਹ ਆਰਡੀਨੈਂਸ, ਉਹਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਦੀਆਂ ਤੇ ਆਰਡੀਨੈਂਸ ਦੀਆਂ ਕਾਪੀਆਂ ਸਾੜੀਆਂ ਜਾਣੀਆਂ, ਅਰਥੀਆਂ ਫੂਕੀਆਂ ਜਾਣੀਆਂ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਦਾ ਪ੍ਰੈਸ਼ਰ ਹੀ ਇੰਨਾ ਸੀ ਕਿ ਮਜਬੂਰਨ ਹਰਸਿਮਰਤ ਬਾਦਲ ਨੂੰ ਅਸਤੀਫਾ ਦੇਣਾ ਪਿਆ। ਉਧਰ ਦੂਜੇ ਪਾਸੇ ਪੰਜਾਬ ਦਾ ਪੁੱਤ ਕਹਿਣ ਵਾਲੇ ਸੰਨੀ ਦਿਓਲ ਨੂੰ ਵੀ ਕਿਸਾਨ ਜਥੇਬੰਦੀਆਂ ਨੇ ਜੰਮ ਕੇ ਕੋਸਿਆ ਤੇ ਕਿਹਾ ਕਿ 2.5 ਕਿਲੋ ਦਾ ਹੱਥ ਦੀ ਗੱਲ ਕਰਨ ਵਾਲੇ ਸੰਨੀ ਦਿਓਲ ਨੂੰ ਵੀ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਅਸਤੀਫਾ ਲੋਕ ਕਿਸਾਨਾਂ ਦੇ ਅੰਦੋਲਨ ਦੇ ਦਬਾਅ ਹੇਠ ਦਿੱਤਾ ਹੈ। ਉਹਨੇ ਕੋਈ ਐਡਾ ਸੌਖਾ ਅਸਤੀਫਾ ਨਹੀਂ ਦਿੱਤਾ, ਉਹਦੀ ਮਜਬੂਰੀ ਹੋ ਗਈ ਸੀ। ਇੱਕ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਲਾਕਾਰਾਂ ਦਾ ਜਿਹੜੇ ਸਾਡੇ ਹੱਕ 'ਚ ਆਏ ਨੇ। ਸਾਰੇ ਜਥੇਬੰਦੀਆਂ ਭਾਵੇਂ ਕੋਈ ਟਰਾਂਸਪੋਰਟਰ ਵਾਲੀਆਂ ਸਾਡੇ ਹੱਕ 'ਚ ਆਏ ਨੇ, ਪਰ ਮੈਨੂੰ ਬੜਾ ਵੱਡਾ ਦੁੱਖ ਆ ਸੰਨੀ ਦਿਓਲ ਤੇ, ਜਿਹਨੂੰ ਪੰਜਾਬ ਦਾ ਪੁੱਤ ਆਪਦੇ ਆਪ ਨੂੰ ਕਹਾਉਂਦੇ ਸੀ। ਉਹਨੇ ਇਹਦੇ ਹੱਕ 'ਚ ਬੋਲਿਆ, ਕਹਿੰਦਾ ਇੰਨੇ ਹੱਥ ਦਾ ਹਥੌੜਾ, ਅੱਜ ਉਹਦਾ ਨਲਕੇ ਪਟ ਅਸੀਂ ਇੰਨੇ ਦੇਤੇ ਉਹਨੂੰ। ਉਹ ਬੰਦਾ, ਉਹਨੂੰ ਜ਼ਮੀਰ ਤੋਂ ਜਾਗਣਾ ਚਾਹੀਦਾ ਸੀ, ਉਹਨੂੰ ਕਹਿਣਾ ਚਾਹੀਦਾ ਸੀ ਮੈਂ ਪੰਜਾਬ ਤੇ ਪੰਜਾਬੀਅਤ ਨਾਲ ਖੜਾ, ਸੈਂਟਰ ਦਾ ਵਿਰੋਧ ਕਰਨਾ ਚਾਹੀਦਾ। ਉਹ ਤੇ ਵੱਡਾ ਦੁੱਖ ਆ ਸਾਨੂੰ ਅੱਜ। ਦੱਸ ਦਈਏ ਕਿ ਜਿੱਥੇ 25 ਸਤੰਬਰ ਨੂੰ ਪੰਜਾਬ ਬੰਦ ਦਾ ਫੈਸਲਾ ਲਿਆ ਗਿਆ ਹੈ, ਉੱਥੇ ਹੀ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਗੱਡੀਆਂ ਰੋਕਣ ਦਾ ਐਲਾਨ ਵੀ ਕੀਤਾ ਗਿਆ ਹੈ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਪੰਜਾਬ ਅਤੇ ਹਰਿਆਣਾ 'ਚ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਆਉਣ ਵਾਲੇ ਦਿਨਾਂ 'ਚ ਰੋਕ ਭਖਣ ਦੀ ਪੂਰੀ ਸੰਭਾਵਨਾ ਹੈ। ਬਿਊਰੋ ਰਿਪੋਰਟ, ਟੀਵੀ ਪੰਜਾਬ। ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਦਿੱਤੇ ਜਾ ਰਹੇ ਧਰਨੇ ਦੌਰਾਨ ਜ਼ਹਿਰ ਨਿਗਲਣ ਵਾਲੇ ਜ਼ਿਲ੍ਹਾ ਮਾਨਸਾ ਦੇ ਪਿੰਡ ਅੱਕਾਂਵਾਲੀ ਦੇ ਕਿਸਾਨ ਪ੍ਰੀਤਮ ਸਿੰਘ ਦੀ ਦੇਰ ਸ਼ਾਮ ਬਠਿੰਡਾ ਦੇ ਮੈਕਸ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪ੍ਰੀਤਮ ਸਿੰਘ ਦੀ ਉਮਰ 65 ਸਾਲ ਸੀ ਤੇ ਉਹ ਪਹਿਲੇ ਦਿਨ ਤੋਂ ਹੀ ਕਿਸਾਨ ਧਰਨੇ 'ਚ ਸ਼ਾਮਲ ਸਨ। ਪ੍ਰੀਤਮ ਸਿੰਘ ਦੇ ਪਰਿਵਾਰ ਦੇ ਸਿਰ 12-13 ਲੱਖ ਰੁਪਏ ਦਾ ਕਰਜ਼ਾ ਵੀ ਹੈ ਤੇ ਖੇਤੀ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਉਸ ਨੂੰ ਆਪਣੇ ਰੁਜ਼ਗਾਰ ਦੀ ਚਿੰਤਾ ਸਤਾਉਣ ਲੱਗ ਪਈ ਸੀ। ਬਾਦਲਾਂ ਦੇ ਪਿੰਡ ਪ੍ਰਦਰਸ਼ਨ ਦੌਰਾਨ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਦੀ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਮੌਤ ਹੋ ਗਈ ਹੈ। 60 ਸਾਲਾ ਕਿਸਾਨ ਕੇਂਦਰ ਦੇ ਖੇਤੀ ਬਿੱਲਾਂ ਖਿਲਾਫ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਪ੍ਰਦਰਸ਼ਨ ਕਰ ਰਿਹਾ ਸੀ। ਇੱਥੇ ਦੱਸ ਦਈਏ ਕਿ ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ਦੇ ਬਾਵਜੂਦ ਲੋਕ ਸਭਾ ਵਿੱਚ ਵਿਵਾਦਪੂਰਨ ਖੇਤੀ ਬਿੱਲ ਪਾਸ ਕੀਤੇ ਗਏ, ਜਿਸ ਕਾਰਨ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹੋ ਗਏ। ਮ੍ਰਿਤਕ ਦੀ ਪਹਿਚਾਣ ਕਿਸਾਨ ਪ੍ਰੀਤਮ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਕਾਫੀ ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨੇ ਤੇ ਸੀ ਤੇ ਉਸ ਦੇ ਸਾਥੀ ਦੱਸਦੇ ਨੇ ਕਿ ਪ੍ਰੀਤਮ ਸਿੰਘ ਰਾਤ ਭਰ ਸੁੱਤਾ ਨਹੀਂ ਤੇ ਕਾਫੀ ਪਰੇਸ਼ਾਨ ਵੀ ਸੀ। ਕੱਲ ਦਿਨ ਚੜ੍ਹਦਿਆਂ ਹੀ ਪ੍ਰੀਤਮ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੂੰ ਬਾਦਲ ਪਿੰਡ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ। ਮੈਕਸ ਹਸਪਤਾਲ ਬਠਿੰਡਾ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦਾ ਪ੍ਰੀਤਮ ਸਿੰਘ ਸੀਗੇ ਆਪਣੇ ਅੱਕਾਂ ਵਾਲੀ ਪਿੰਡ ਡਿਸਟ੍ਰਿਕਟ ਮਾਨਸਾ ਦੇ, ਤੇ ਇਹਨਾਂ ਨੇ ਉੱਥੇ ਪੋਇਜ਼ਨ ਲਈ ਸੀਗੀ ਜਿੱਥੇ ਧਰਨਾ ਲੱਗਾ ਹੋਇਆ। ਉਸ ਤੋਂ ਬਾਅਦ ਇਹ ਐਡਮਿਟ ਹੋਏ ਨੇ ਮੈਕਸ ਦੇ ਵਿੱਚ, ਉੱਥੇ ਐਕਸਪਾਇਰ ਹੋਏ ਨੇ ਤੇ ਇਹਨਾਂ ਦੀ ਜਿਹੜੀ ਹੈਗੀ ਆ ਡੈਡ ਬੋਡੀ ਉਹ ਮੋਰਚਰੀ ਦੇ ਵਿੱਚ ਜਮ੍ਹਾਂ ਕਰਤੀ। ਕਿੰਨੀ ਉਮਰ ਸੀ ਇਸ ਦੀ? 65 ਇਅਰਸ। ਕਿਸਾਨ ਪ੍ਰੀਤਮ ਸਿੰਘ 3 ਭਰਾ ਨੇ ਤੇ 6 ਏਕੜ ਜ਼ਮੀਨ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਉਧਰ ਕਿਸਾਨ ਦੇ ਮਾਨਸਾ ਜ਼ਿਲ੍ਹੇ ਵਿਚਲੇ ਪਿੰਡ ਅੱਕਾਵਾਲੀ ਵਿਖੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਹੁਤ ਹੀ ਮਾੜਾ ਹਾਲ ਹੋ ਗਿਆ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਕੱਠੇ ਹੋਣ ਲੱਗੇ। ਉਹਨਾਂ ਦੀ ਮੌਤ ਜਿਹੜੀ ਹੋਈ ਹੈ ਉਹਦਾ ਜ਼ਿੰਮੇਵਾਰ ਮੋਦੀ ਸਰਕਾਰ ਹੈ, ਕਿਉਂਕਿ ਜਿਹੜੀ ਮੋਦੀ ਸਰਕਾਰ ਨੇ ਖਤਰਨਾਕ ਆਰਡੀਨੈਂਸ ਖੇਤੀ ਨੂੰ ਤਬਾਹ ਕਰਨ ਵਾਸਤੇ ਜਾਰੀ ਕੀਤੇ ਹੈ, ਉਹਨਾਂ ਨੂੰ ਲੈ ਕੇ
ਉਸ ਨੂੰ ਮਤਲਬ ਸੁਈਸਾਈਡ ਕਰਨਾ ਪਿਆ ਜਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਜੋ ਕਿਸਾਨਾਂ ਦੇ ਸਰ ਪਿਛਲੇ ਲੰਮੇ ਸਮੇਂ ਤੋਂ ਕਰਜ਼ਾ ਚੜ੍ਹਿਆ ਹੋਇਆ ਉਹ ਕਰਜ਼ਾ ਪ੍ਰੀਤਮ ਸਿੰਘ ਦੇ ਸਿਰ ਵੀ ਬਹੁਤ ਸਾਰਾ ਹੈਗਾ ਸੀ, ਉਸ ਦਾ ਵੀ ਅਸਰ ਸੀ। ਇਹਨਾਂ ਜਿਵੇਂ ਕਰਜ਼ਾ ਹੈਗਾ ਜੀ 15-16 ਲੱਖ ਰੁਪਏ ਦੇ ਤਕਰੀਬਨ ਕਰਜ਼ਾ ਜਿਹੜਾ ਉਹ ਇਹਨਾਂ ਨੇ ਅੱਡੋ-ਅੱਡ ਬੈਂਕਾਂ ਦਾ ਆੜ੍ਹਤੀਆਂ ਦਾ ਦੇਣਾ ਸੀ। ਅੱਗੇ ਸਾਡੀ ਸੂਬਾ ਕਮੇਟੀ ਦੀ ਕੱਲ੍ਹ ਨੂੰ ਮੀਟਿੰਗ ਹੋਣੀ ਹੈ। ਅਗਲੀ ਜਿਹੜੀ ਰੂਪ ਰੇਖਾ ਹੈ ਉਹ ਮੀਟਿੰਗ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੀ ਅਗਲੀ ਰੂਪ ਰੇਖਾ ਜਿਹੜੀ ਉਹ ਲਿਖੀ ਜਾਊਗੀ। ਕਿਸਾਨ ਪ੍ਰੀਤਮ ਸਿੰਘ ਦਾ ਪਰਿਵਾਰ ਵੀ ਕਿਸਾਨੀ ਦੀ ਰਵਾਇਤੀ ਕਰਜ਼ਿਆਂ ਦੇ ਕੈਂਸਰ ਦਾ ਸ਼ਿਕਾਰ ਹੈ। 6-7 ਏਕੜ ਵਾਲੇ ਤੰਗੀ ਤੁਰਸ਼ੀਆਂ ਦੇ ਮਾਰੇ 3 ਭਰਾਵਾਂ ਦੇ ਪਰਿਵਾਰ 'ਚ ਸਿਰਫ ਇੱਕ ਭਰਾ ਹੀ ਵਿਆਹਿਆ ਹੋਇਆ ਹੈ, ਜਦੋਂ ਕਿ ਪ੍ਰੀਤਮ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ। ਇਸ ਪਰਿਵਾਰ ਦੇ ਸਿਰਫ 12-13 ਲੱਖ ਰੁਪਏ ਖਰਚਾ ਹੈ। ਬਾਦਲ ਪਿੰਡ 'ਚ ਖੇਤੀ ਬਿੱਲਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਜਾਰੀ ਧਰਨਾ ਅੱਜ 5ਵੇਂ ਦਿਨ 'ਚ ਸ਼ਾਮਲ ਹੋ ਗਿਆ ਹੈ। ਇਸ ਦੌਰਾਨ ਧਰਨੇ ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਲਈ 3 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਖੇਤੀ ਆਰਡੀਨੈਂਸ ਵਾਪਸ ਨਹੀਂ ਹੁੰਦੇ ਉਹ ਬਾਦਲ ਤੇ ਕੈਪਟਨ ਦੇ ਘਰਾਂ ਦਾ ਘਿਰਾਓ ਜਾਰੀ ਰੱਖਣਗੇ, ਕਿਉਂਕਿ ਇਹ ਦੋਵੇਂ ਹੀ ਇਸ ਦੇ ਲਈ ਜ਼ਿੰਮੇਵਾਰ ਨੇ। ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੇ ਸਵਾਲ ਚੁੱਕੇ। ਮੰਤਰੀ ਬਾਜਵਾ ਨੇ ਕਿਹਾ ਕਿ ਸਭ ਕੁਝ ਗਵਾ ਕੇ ਹੁਣ ਅਸਤੀਫਾ ਦੇ ਦਿੱਤਾ ਤੇ ਹੁਣ ਇਸ ਫੈਸਲੇ ਦਾ ਕੋਈ ਫਾਇਦਾ ਨਹੀਂ, ਕਿਉਂਕਿ ਖੁਦ ਅਕਾਲੀ ਦਲ ਅਤੇ ਬਾਦਲ ਪਰਿਵਾਰ ਪਿਛਲੇ 6 ਮਹੀਨਿਆਂ ਤੋਂ ਇਹਨਾਂ ਬਿੱਲਾਂ ਨੂੰ ਸਹੀ ਦੱਸ ਰਿਹਾ ਸੀ ਤੇ ਕਿਸਾਨਾਂ ਨੂੰ ਆਖ ਰਿਹਾ ਸੀ ਕਿ ਇਸ ਨਾਲ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿੱਥੇ ਖੇਤੀ ਆਰਡੀਨੈਂਸ ਕਿਸਾਨਾਂ ਲਈ ਘਾਤਕ ਹੈ, ਉੱਥੇ ਹੀ ਇਹਨਾਂ ਬਿੱਲਾਂ ਨਾਲ ਪੰਜਾਬ ਦਾ ਮੰਡੀਕਰਨ ਢਾਂਚਾ ਵੀ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗਾ। ਸਭ ਕੁਝ ਲੁਟਾ ਕੇ ਹੋਸ਼ ਮਾਏ ਤੋਂ ਕਿਹਾ ਗਿਆ। ਪਹਿਲਾਂ 6 ਮਹੀਨੇ ਉਹਨੂੰ ਡਿਫੈਂਡ ਕਰਦੇ ਰਹੇ, ਜਦੋਂ ਪਾਸ ਹੋਣਾ ਸੀ ਉਦੋਂ ਚੁੱਪ ਕੀਤੇ ਬੈਠੇ ਰਹੇ, ਨਾਲ ਹਾਮੀ ਭਰੀ। ਬਦਕਿਸਮਤੀ ਦੀ ਗੱਲ ਹੈ, ਵੱਡੇ ਬਾਦਲ ਸਾਹਿਬ ਕੋਲੋਂ ਚਿੱਠੀ ਉਹਦੇ ਹੱਕ 'ਚ ਲਗਾਈ। ਹੁਣ ਤੱਕ ਕਹਿੰਦੇ ਰਹੇ ਵੀ ਕਿਸਾਨਾਂ ਦਾ ਇਹਦੇ 'ਚ ਭਲਾ, ਕਦੇ ਐਗਰੀਕਲਚਰ ਮਿਨਿਸਟਰ ਦੀ ਚਿੱਠੀ ਵਿਖਾਉਂਦੇ ਰਹੇ। ਹੁਣ ਜੋ ਹੋਇਆ ਨਾ, ਉਹ ਜਿੱਤ ਕਿਸਾਨਾਂ ਦੀ ਹੋਈ। ਲੋਕਾਂ ਦੀ ਆਵਾਜ਼ ਤੋਂ ਡਰ ਕੇ ਇਹ ਫੈਸਲਾ ਲਿਆ, ਸਭ ਕੁਝ ਗਵਾ ਕੇ ਫੈਸਲਾ ਲਿਆ। ਬਾਬੇ ਨਾਨਕ ਦੀ ਇੱਕ ਤੁਕ ਹੈ, ਸੱਚ ਸੁਣਾਈਏ ਸੱਚ ਕੀ ਬੇਲਾ। ਸੱਚ ਵੀ ਉਹਲੋ ਬੋਲਣ ਦਾ ਵੇਲਾ ਜਦੋਂ ਵੇਲਾ ਹੋਵੇ। ਜਦੋਂ ਵੇਲਾ ਸੀ ਉਦੋਂ ਚੁੱਪ ਕੀਤੇ ਰਹੇ। ਬਿੱਲ ਬਹੁਤ ਘਾਤਕ ਹੈ। MSP ਰਹੇਗੀ ਪਰ ਕਿਸਾਨ ਦਾ, ਹਰਿਆਣੇ ਪੰਜਾਬ ਦੇ ਕਿਸਾਨਾਂ ਦਾ ਇੱਕ ਦਾਣਾ ਨਹੀਂ ਚੁੱਕਿਆ ਜਾਏਗਾ। ਜਿੰਨੀ ਕੋਈ ਥੋੜੀ ਜਿਹੀ ਲੋੜ ਹੈ ਰਾਸ਼ਨ ਵਾਸਤੇ ਉਹ ਚੁੱਕਿਆ ਜਾਏਗਾ, ਬਾਕੀ ਰੁਲੇਗਾ। ਮੰਡੀ ਦਾ ਢਾਂਚਾ ਡਿੱਗ ਪਏਗਾ। ਜਦੋਂ ਆਮਦਨੀ ਬੰਦ ਹੋ ਗਈ ਢਾਂਚਾ ਖਤਮ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਬਟਾਲਾ 'ਚ ਹਰਸਿਮਰਤ ਬਾਦਲ ਤੇ ਨਿਸ਼ਾਨਾ ਵਿੰਨ ਰਹੇ ਸਨ ਤਾਂ ਉਧਰ ਬਟਾਲਾ ਤੋਂ ਹੀ ਸਾਬਕਾ ਕਾਂਗਰਸੀ ਮੰਤਰੀ ਅਸ਼ਵਨੀ ਸੇਖੜੀ ਨੇ ਬਾਜਵਾ ਨੂੰ ਮੁਸ਼ਕਲ 'ਚ ਪਾ ਦਿੱਤਾ। ਸੇਖੜੀ ਨੇ ਬਟਾਲਾ ਦੇ SSP ਨੂੰ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਖਿਲਾਫ ਸ਼ਿਕਾਇਤ ਦਿੱਤੀ ਹੈ। ਸੇਖੜੀ ਮੁਤਾਬਕ ਬਾਜਵਾ ਆਪਣੇ ਸਾਥੀਆਂ ਨਾਲ ਬਾਜ਼ਾਰ 'ਚ ਘੁੰਮਦੇ ਰਹੇ। ਇਸ ਦੌਰਾਨ ਉਹਨਾਂ ਨਾ ਮਾਸਕ ਪਾਇਆ, ਨਾ ਹੀ ਸੋਸ਼ਲ ਡਿਸਟੈਂਸਿੰਗ ਦੀ ਪਰਵਾਹ ਕੀਤੀ। ਸੇਖੜੀ ਨੇ ਕਿਹਾ ਕਿ ਜੇਕਰ ਮਾਸਕ ਨਾ ਪਾਉਣ ਕਾਰਨ ਆਮ ਨਾਗਰਿਕਾਂ ਦਾ ਚਲਾਨ ਕੀਤਾ ਜਾਂਦਾ ਹੈ ਤਾਂ ਮੰਤਰੀ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਗਰ ਮੰਤਰੀ ਹੀ ਮੁੱਖ ਮੰਤਰੀ ਸਾਹਿਬ ਦਾ ਆਦੇਸ਼ ਨਹੀਂ ਮੰਨੇਗਾ ਤਾਂ ਕੌਣ ਮੰਨੇਗਾ? ਕੱਲ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਬਟਾਲਾ ਵਿਖੇ ਆਏ ਔਰ ਵੱਖ-ਵੱਖ ਜਗ੍ਹਾ ਤੇ ਜਾ ਕੇ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਕਾਨੂੰਨ ਬਣਾਇਆ ਹੈ ਉਹਨੂੰ ਤੋੜਿਆ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਔਰ ਪੰਜਾਬ ਸਰਕਾਰ ਨੇ ਬਾਰ-ਬਾਰ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਰੱਖਣਾ ਜ਼ਰੂਰੀ ਹੈ, ਪ੍ਰਾਇੋਰਟੀ ਨੰਬਰ 1 ਹੈ। ਪਰ ਜੇ ਆਮ ਆਦਮੀ ਸੋਸ਼ਲ ਡਿਸਟੈਂਸਿੰਗ ਦਾ ਕਾਨੂੰਨ ਤੋੜਦਾ ਹੈ ਤੇ ਉਹ ਤੇ FIR ਹੋ ਜਾਂਦੀ ਹੈ। ਤੇ ਤ੍ਰਿਪਤ ਬਾਜਵਾ ਜੀ ਨੇ ਕੱਲ ਜੇ ਕਾਨੂੰਨ ਤੋੜਿਆ ਤੇ ਉਹਨਾਂ ਤੇ ਵੀ ਸਿਮਿਲਰਲੀ FIR ਹੋਣੀ ਚਾਹੀਦੀ ਹੈ, ਕਿਉਂਕਿ ਕਾਨੂੰਨ ਸਭ ਲਈ ਬਰਾਬਰ ਹੈ। ਮੈਂ ਇੱਕ ਦਰਖਾਸਤ SSP ਬਟਾਲਾ ਸਾਹਿਬ ਨੂੰ ਕੱਲ ਭੇਜੀ ਹੈ ਇਸ ਵਿਸ਼ੇ ਦੇ ਉੱਤੇ ਔਰ ਨਾਲ ਹੀ ਫੋਟੋਆਂ ਵੀ ਭੇਜੀਆਂ। ਮੈਨੂੰ ਉਮੀਦ ਹੈ ਕਿ ਕਾਨੂੰਨ ਦੇ ਤਹਿਤ ਕਾਰਵਾਈ ਹੋਏਗੀ ਔਰ ਐਸਾ ਐਗਜ਼ਾਮਪਲ ਹੋਏਗਾ ਕਿ ਕੱਲ ਨੂੰ ਕੋਈ ਹੋਰ ਵੀ ਇਨਸਾਨ ਜਿਹੜਾ ਵਾ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਕਾਨੂੰਨ ਨਾ ਤੋੜੇ ਔਰ ਪੰਜਾਬ ਕਰੋਨਾ ਤੋਂ ਬਚ ਜਾਏ, ਪੰਜਾਬ ਦੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਰਾਹਤ ਮਿਲੇ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਦਿੱਤੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜਿੱਥੇ ਕਾਂਗਰਸੀ ਤੇ ਆਪ ਨੇਤਾ ਇਸ ਨੂੰ ਡਰਾਮਾ ਤੇ ਸਿਆਸੀ ਜ਼ਮੀਨ ਦੀ ਤਲਾਸ਼ ਵਜੋਂ ਦੇਖ ਰਹੇ ਨੇ ਤੇ ਨਿੰਦ ਰਹੇ ਨੇ, ਉੱਥੇ ਹੀ ਅਕਾਲੀ ਆਗੂ ਇਸ ਅਸਤੀਫੇ ਨੂੰ ਇਤਿਹਾਸਕ ਅਤੇ ਕਿਸਾਨਾਂ ਲਈ ਕੁਰਬਾਨੀ ਭਰਿਆ ਕਦਮ ਦੱਸ ਰਹੇ ਨੇ। ਅਕਾਲੀ ਆਗੂ ਵਿਰਸਾ ਸਿੰਘ ਵਲਟੋਆ ਦਾ ਕਹਿਣਾ ਹੈ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਲਈ ਲੋੜ ਪਈ ਤਾਂ ਅਕਾਲੀ ਦਲ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਤੇ ਹੁਣ ਵੀ ਜੋ ਖੇਤੀ ਸੰਬੰਧੀ ਆਰਡੀਨੈਂਸ ਪਾਰਲੀਮੈਂਟ 'ਚ ਪਾਸ ਕੀਤੇ ਤਾਂ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਸੰਘਰਸ਼ ਨੂੰ ਬਲ ਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਆਪਣਾ ਅਸਤੀਫਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਅਸਤੀਫੇ ਨੂੰ ਛੋਟਾ ਕਦਮ ਕਹਿਣ ਤੇ ਵਲਟੋਆ ਦਾ ਕਹਿਣਾ ਸੀ ਕਿ ਹਰਸਿਮਰਤ ਬਾਦਲ ਜੇਕਰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਨੇ ਤਾਂ ਕੈਪਟਨ ਕਿਉਂ ਨਹੀਂ ਇਹੋ ਜਿਹਾ ਛੋਟਾ ਕਦਮ ਚੁੱਕਦੇ। ਸਾਡੇ ਦੇਸ਼ ਦੇ ਪ੍ਰੋਟੋਕਾਲ ਦੇ ਮੁਤਾਬਕ ਜਿਹੜਾ ਕੇਂਦਰੀ ਮੰਤਰੀ ਦਾ ਅਹੁਦਾ ਆ ਉਹ ਇੱਕ ਸਟੇਟ ਦੇ ਮੁੱਖ ਮੰਤਰੀ ਤੋਂ ਵੀ ਉੱਤੇ ਹੈ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਕੋਈ ਦੂਜਾ ਅਹੁਦਾ ਆ ਤਾਂ ਉਹ ਕੇਂਦਰੀ ਵਜ਼ਾਰਤ ਦੇ ਵਿੱਚ ਮੰਤਰੀ ਦਾ ਹੈ। ਉਸ ਮੰਤਰੀਸ਼ਿਪ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਹੈ ਔਰ ਕਿਸਾਨੀ ਦੀ ਖਾਤਰ ਦਿੱਤਾ ਹੈ ਔਰ ਕਿਸਾਨ ਅੱਜ ਚਿੰਤਾ 'ਚ ਹੈ ਔਰ ਕਿਸਾਨ ਅੱਜ ਸੰਘਰਸ਼ ਦੇ ਰਾਹ ਤੇ ਹੈ, ਸੜਕਾਂ ਤੇ ਹੈ, ਵਿਰੋਧ ਪ੍ਰਗਟ ਕਰ ਰਿਹਾ ਹੈ ਤੇ ਉਸ ਵਿਰੋਧ ਨੂੰ ਸ਼ਕਤੀ ਦੇਣ ਲਈ, ਕਿਸਾਨਾਂ ਦੇ ਸੰਘਰਸ਼ ਨੂੰ ਸ਼ਕਤੀ ਦੇਣ ਵਾਸਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਹੈ। ਤੇ ਮੇਰੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਜਿਹਾ ਸਵਾਲ ਹੈ, ਕੈਪਟਨ ਸਾਹਿਬ ਇਹੋ ਜਿਹੀ ਨਟੰਕੀ ਤੁਸੀਂ ਵੀ ਕਰਦੇ ਹੋ। ਬੀਬਾ ਹਰਸਿਮਰਤ ਕੌਰ ਬਾਦਲ ਦਾ ਅਹੁਦਾ ਤੁਹਾਡੇ ਤੋਂ ਵੱਡਾ ਸੀਗਾ, ਉਹਨਾਂ ਨੇ ਠੋਕਰ ਮਾਰੀ ਹੈ, ਉਹਨਾਂ ਨੇ ਉਹ ਛੱਡਿਆ ਹੈ। ਤੁਹਾਡਾ ਤਾਂ ਰਹੀ ਸਾਲ ਗਿਆ, ਉਹ ਤਾਂ 4 ਸਾਲ ਦੀ ਜੇ ਵਜ਼ੀਰੀ ਪਈ ਸੀਗੀ, ਕੇਂਦਰੀ ਵਜ਼ਾਰਤ ਦੀ 4 ਸਾਲ ਦੀ ਵਜ਼ੀਰੀ ਪਈ ਸੀ, ਕਿਸੇ ਤਰ੍ਹਾਂ ਦਾ ਕੋਈ ਖਤਰਾ ਵੀ ਨਹੀਂ ਸੀ ਤੇ ਤੁਸੀਂ ਵੀ ਉਹੋ ਜਿਹੀ ਨਟੰਕੀ ਕਰਦੇ ਹੋ। ਖੇਤੀਬਾੜੀ ਸੰਬੰਧਿਤ ਬਿੱਲਾਂ ਦੇ ਖਿਲਾਫ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ਤੋਂ ਦਿੱਤੇ ਗਏ ਅਸਤੀਫੇ ਤੇ ਜਾਗੋ ਪਾਰਟੀ ਨੇ ਸਵਾਲ ਚੁੱਕਦੇ ਹੋਏ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕਥਿਤ ਕਿਸਾਨ ਪ੍ਰੇਮ ਉੱਤੇ ਚੁਟਕੀ ਲਈ। ਹਰਸਿਮਰਤ ਬਾਦਲ ਵੱਲੋਂ ਆਪਣੇ ਆਪ ਨੂੰ ਕਿਸਾਨ ਦੀ ਧੀ ਦੱਸਣ ਉੱਤੇ ਬੋਲਦੇ ਹੋਏ ਜੀਕੇ ਨੇ ਕਿਹਾ ਕਿ ਜਦੋਂ ਅਕਾਲੀ ਸਰਕਾਰ ਸਮੇਂ ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਸੀ, 1700 ਕਰੋੜ ਰੁਪਏ ਦਾ ਕੀਟਨਾਸ਼ਕ ਘੁਟਾਲਾ ਅਕਾਲੀ ਮੰਤਰੀ ਤੋਤਾ ਸਿੰਘ ਨੇ ਕੀਤਾ ਸੀ, ਤਦ ਕਿਸਾਨ ਦੀ ਇਹ ਧੀ ਕਿੱਥੇ ਸੀ। ਜੀਕੇ ਨੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਹਰਸਿਮਰਤ ਦੀ ਹਰ ਤਰ੍ਹਾਂ ਨਾਲ ਕਿਸਾਨ ਦੀ ਧੀ ਹੋਵੇ, ਜਿਸ ਦੇ ਕੋਲ 3 5 ਸਟਾਰ ਹੋਟਲ ਹੋਣ, ਮਹਿੰਗੀਆਂ ਕਾਰਾਂ ਹੋਣ ਅਤੇ ਪ੍ਰਾਈਵੇਟ ਜੈਟ ਹੋਣ। ਮੈਂ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਕਿਸਾਨਾਂ ਦੇ ਇੰਨੇ ਹਿਤੈਸ਼ੀ ਸੀਗੇ ਤੇ ਫਿਰ ਕਿਉਂ ਪੰਜਾਬ ਦੇ ਵਿੱਚ 2015 ਚ 720 ਕਿਸਾਨ ਫਾਂਸੀ ਲਗਾਉਂਦੇ ਨੇ। ਬੀਬਾ ਹਰਸਿਮਰਤ ਕੌਰ ਬਾਦਲ ਆਖਦੀ ਹੈ ਕਿ ਮੈਂ ਕਿਸਾਨ ਦੀ ਬੇਟੀ ਹਾਂ। ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸਾਨ ਦੀ ਧੀ ਹੋ ਔਰ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਹੋ। ਮੈਂ ਰੱਬ ਅੱਗੇ, ਅੱਲਾ ਅੱਗੇ ਅਰਦਾਸ ਕਰਦਾ ਕਿ ਸਾਰੇ ਕਿਸਾਨਾਂ ਦੀ ਧੀਆਂ ਇਹੋ ਜਿਹੀਆਂ ਹੋਣ। ਅੱਜ ਵਿਚਾਰੀਆਂ ਕਈ NRI ਵਿਆਹ ਕੇ ਇੱਥੇ ਛੱਡ ਗਏ ਨੇ, ਕਿਸੇ ਦਾ ਵਿਆਹ ਨਹੀਂ ਹੋ ਸਕਿਆ। ਜੇ ਪਿਓ ਨੇ ਕਰਜ਼ਾ ਲਿਆ ਤੇ ਉਹਨੇ ਫਾਂਸੀ ਲਾ ਲਈ, ਲੇਕਿਨ ਤੁਸੀਂ ਕਿਸਾਨ ਦੀ ਧੀ ਐਸੇ ਹੋ ਕਿ ਤੁਹਾਡੇ ਪ੍ਰਾਈਵੇਟ ਪਲੇਨਸ ਨੇ, ਤੁਹਾਡੇ ਵੱਡੀਆਂ ਗੱਡੀਆਂ ਦੇ ਬੈਂਟਲੇ ਤੇ ਰੋਲਸ ਰਾਇਸ ਤੋਂ ਲੈ ਕੇ ਉਹਨਾਂ ਦੀ ਫਲੀਟ ਖੜੀ ਹੈ, ਤੁਹਾਡੇ 3 5 ਸਟਾਰ ਹੋਟਲ ਨੇ ਤੇ ਉਹਨਾਂ ਗਰੀਬ ਕਿਸਾਨਾਂ ਦੇ ਵੀ ਕੁਛ ਨਾ ਕੁਛ ਬਣ ਜਾਂਦਾ ਜੇ ਤੁਹਾਡੀ ਇਹ ਗੱਲ ਹੁੰਦੀ। ਤਰਨਤਾਰਨ ਪੁਲਿਸ ਤੇ ਆਬਕਾਰੀ ਵਿਭਾਗ ਨੇ ਸਾਂਝੇ ਤੌਰ ਤੇ ਹਰੀਕੇ ਮੰਡ ਖੇਤਰ ਦੇ ਮਰੜ ਖੇਤਰ 'ਚ ਸ਼ਰਾਬ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ 1 ਲੱਖ ਲੀਟਰ ਤੋਂ ਵੱਧ ਲਾਣ, 5000 ਲੀਟਰ ਸ਼ਰਾਬ, 5 ਕਿਸ਼ਤੀਆਂ ਬਰਾਮਦ ਕੀਤੀਆਂ ਨੇ ਤੇ 15 ਵਿਅਕਤੀਆਂ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਪੁਲਿਸ ਦੇ ਆਬਕਾਰੀ ਵਿਭਾਗ ਨੇ ਹਰੀਕੇ ਝੀਲ ਦੇ ਮਰੜ ਖੇਤਰ 'ਚ ਸ਼ਰਾਬ ਤਸਕਰਾਂ ਖਿਲਾਫ ਵੱਡਾ ਹੱਲਾ ਬੋਲਿਆ ਤੇ ਡਰੋਨ ਕੈਮਰਿਆਂ ਰਾਹੀਂ ਤਸਕਰਾਂ ਦੇ ਅੱਡਿਆਂ ਦਾ ਪਤਾ ਲਾਇਆ ਤੇ ਵੱਖ-ਵੱਖ ਜਗ੍ਹਾ ਤੋਂ 1,02,000 ਲੀਟਰ ਲਾਣ ਤੇ 5,000 ਲੀਟਰ ਸ਼ਰਾਬ ਜੋ ਕਿ ਤਰਪਾਲਾਂ ਵਿੱਚ ਪਾ ਕੇ ਰੱਖੀ ਹੋਈ ਸੀ ਬਰਾਮਦ ਕੀਤੀ। ਇਸ ਤੋਂ ਇਲਾਵਾ ਸ਼ਰਾਬ ਤਸਕਰਾਂ ਦੀਆਂ 5 ਕਿਸ਼ਤੀਆਂ ਵੀ ਬਰਾਮਦ ਹੋਈਆਂ ਨੇ। ਬਰਾਮਦ ਹੋਈ ਲਾਹਣ ਪੁਲਿਸ ਵੱਲੋਂ ਨਸ਼ਟ ਕਰ ਦਿੱਤੀ ਗਈ। ਤਸਕਰ ਮੌਕੇ ਤੋਂ ਫਰਾਰ ਹੋ ਗਏ ਜਦਕਿ ਪੁਲਿਸ ਨੇ 15 ਵਿਅਕਤੀਆਂ ਨੂੰ ਸ਼ਰਾਬ ਤਸਕਰੀ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਦੇਸ਼ 'ਚ 53 ਲੱਖ ਤੋਂ ਪਾਰ ਪਹੁੰਚਿਆ ਕਰੋਨਾ ਮਰੀਜ਼ਾਂ ਦਾ ਆંકੜਾ। ਪਿਛਲੇ 24 ਘੰਟੇ 'ਚ 93,000 ਤੋਂ ਵੱਧ ਕੇਸ ਆਏ ਸਾਹਮਣੇ। 1247 ਲੋਕਾਂ ਦੀ ਹੋਈ ਮੌਤ। ਸੁਖਪਾਲ ਖਹਿਰਾ ਨੇ ਲੱਭਿਆ ਖੇਤੀ ਬਿੱਲਾਂ ਨਾਲ ਪੈਦਾ ਹੋਏ ਸੰਕਟ ਦਾ ਹੱਲ। ਖਹਿਰਾ ਨੇ ਸੰਵਿਧਾਨ ਮੁਤਾਬਕ ਪੰਜਾਬ ਤੇ ਹਰਿਆਣਾ ਨੂੰ ਬਿੱਲਾਂ ਤੋਂ ਛੋਟ ਦੇਣ ਦੀ ਕੀਤੀ ਮੰਗ। ਖਹਿਰਾ ਨੇ ਕਿਹਾ ਪਹਿਲਾਂ ਵੀ ਕਈ ਸੂਬਿਆਂ ਨੂੰ ਮਿਲ ਰਹੀਆਂ ਨੇ ਛੋਟਾਂ।
ਕਿਸਾਨਾਂ ਨੂੰ ਮਿਲਣਾ ਸ਼ੁਰੂ ਹੋਇਆ ਕਲਾਕਾਰਾਂ ਦਾ ਸਾਥ। ਦੇਰ ਰਾਤ ਅਦਾਕਾਰ ਦੀਪ ਸਿੱਧੂ ਬਠਿੰਡਾ ਧਰਨੇ ਤੇ ਪਹੁੰਚੇ। ਖੇਤੀ ਬਿੱਲਾਂ ਦੇ ਮਸਲੇ ਤੇ ਸਨੀ ਦਿਓਲ ਦੀ ਥਾਂ ਕਿਸਾਨਾਂ ਦਾ ਸਾਥ ਦੇਣ ਦਾ ਕੀਤਾ ਐਲਾਨ। 30 ਕਿਸਾਨ ਜਥੇਬੰਦੀਆਂ ਨੇ 25 ਸਤੰਬਰ ਨੂੰ ਪੰਜਾਬ ਬੰਦ ਦਾ ਕੀਤਾ ਐਲਾਨ। ਸਨੀ ਦਿਓਲ ਨੂੰ ਖਰੀਆਂ ਸੁਣਾਉਣ ਦੇ ਨਾਲ ਮੰਗਿਆ ਅਸਤੀਫਾ। ਅਤੇ ਬਾਦਲ ਦੇ ਘਰ-ਬਾਰ ਧਰਨੇ ਤੇ ਜ਼ਹਿਰ ਖਾਣ ਵਾਲੇ ਕਿਸਾਨ ਦੀ ਹੋਈ ਮੌਤ। ਕਿਸਾਨ ਜਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰ ਲਈ 3 ਲੱਖ ਰੁਪਏ ਮੁਆਵਜ਼ੇ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਲਈ ਕੀਤੀ ਮੰਗ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।